ऐसी मरनी जो मरे बहुर न मरना होए, बहुर न मरना होए। मैं तुरिया आउंदा सी ते मैनू एक पत्रकार कहंदा भाई इनकलाब की हुंदा दसो। मैं कहा कोई नहीं, मैनू पहुंच जान दे सिरे ते जवाब संगत नूं ही देवांगे, फिर उन्हां दे सामने ही दसांगे इनकलाब हुंदा की है। जिथे बाबे नानक ने एक ओंकार वाहता सी ना पांदे दी फट्टी ते साडा इनकलाब शुरू हो गया सी। जदों श्री गुरु हरगोबिंद साहब ने दो तलवारां मीरी ते पीरी दियां श्री साहब वालियां सी, साडा इनकलाब शुरू हो गया सी। जदों साडा इनकलाब शुरू हो गया सी। जदों 10वें पातशाह ने खालसा पंथ सिर चता सी, जबर ते जुल्म के खिलाफ लड़न लई आवाज़ चक्की सी, साडा इनकलाब शुरू हो गया सी। बड़ा कुछ हंडाया इस इनकलाब ने, तेगा तवियां छवियां रंबे आरियां, बड़ा कुछ हंडाया इस इनकलाब ने। जदों साडे जरनैल पिंडरां वाले संतां ने यह गल कही सी, संत जरनैल सिंह पिंडराणे ने कहा सी ये गुलामी नूं गलों लाउणा पैना। ये हुण तुसीं देख लो भी अज लाउणा अज लड़ना, कल लड़ना कि परसों लगना परसों लड़ना, ये साडे ते आ हुण ये सानूं गुलामी नूं गलों लाउणा पैना। मित्रों लड़ाई आ जिहड़ी संघर्ष आ वो सिदक नाल ही निभाए जाते आ, उत्थे समर्पण होके सिर देने पैंदे आ, सिर तो बिना संघर्ष नहीं लड़े जाते। ते ये धारनावां ਜਿਹੜਾ ਬਾਈ ਕਹਿੰਦਾ ਸੀ ਵੀ ਭਗਤ ਸਿੰਘ ਗਵਾਂਢੀਆਂ ਦੇ ਜੰਮੇ, ਇਹਨਾਂ ਧਾਰਨਾਵਾਂ ਨੂੰ ਤਿਆਗੋ, ਇਹਨਾਂ ਨੂੰ ਖੰਡਨ ਕਰੋ, ਇਹਨਾਂ ਦਾ ਇਹ ਸਾਨੂੰ ਭੰਬਲ ਭੂਸੇ ਚ ਪਾਉਣ ਨੂੰ ਧਾਰਨਾਵਾਂ ਬਣੀਆਂ। ਲੋਕ ਕਿਹੜਾ ਦੱਸੋ ਸਮਰਪਣ ਨਹੀਂ ਆ ਇੱਥੇ, ਆ ਧੁੱਪ ਚ ਖੜੇ ਆ ਜਿਹੜੇ ਜਿਹੜੇ ਮਰਜ਼ੀ ਤੋਂ ਸਿਰ ਮੰਗ ਲਓ, ਵੰਗਾਰਨੇ ਪੈਂਦੇ ਆ। ਨੌਜਵਾਨਾਂ ਨੂੰ ਵੰਗਾਰੋ ਤਾਂ ਸਹੀ, ਜਿਹੜੀ ਗੁਰੂਆਂ ਦੀ ਚਿਣਗ ਇਹਨਾਂ ਦੇ ਅੰਦਰ ਆ ਉਹ ਚਿਣਗ ਹਜੇ ਵੀ ਹੈਗੀ। ਜੇ ਅਸੀਂ दो गल्लां कर लईए आपां भाई, दो गल्लां कर लईए। गल ये आ भी ये जड़ियां धारनावां ना भी सब कुछ पता होना चाहिए, सानू ऑर्डिनेंस का भी पता होना चाहिए। ये बड़ी वड्डी गल नहीं हुंदी, हर किसी नूं हर कुछ नहीं पता हुंदा। इन्नी की गल पल्ले बन लो। शंभू धरने ते एक 5-7 साल का जवाक सी, एक पत्रकार वीर ने उन्होंने सवाल पूछा भी भाई तू क्यों आया इत्थे? वो कहना मोदी साडियां जमीनां खोंदा। बस एडी गल ही आ, मोदी साडियां जमीनां खोंदा। इहदे उत्ते कुछ पता करन दी जरूरत नहीं, सानू बड़े चक्करां च पैण दी जरूरत नहीं। जदों संघर्ष नूं कमजोर करना होवे ना, इन्हां गल्लां च पा दो भी पढ़ के आओ। यार नहीं पढ़ के आउंदे, साडी तां होंद दी लड़ाई आ, साडी जमीनां दी लड़ाई आ। जमीन नाल साडी मिट्टी नाल साडा बहुत कुछ जुड़िया हुंदा। जदों साडे तो साडी होंद साडी मिट्टी खुरदी है ना, सब कुछ खुर जाता। ये सानू पता, लड़ाई साडी होंद दी आ। हुण गल कड्डी ऑर्डिनेंस दी आ, ये आर्थिक गल नहीं। असीं जे समझिए भी ये पूंजीवाद आ ते ये कैपिटलिस्टिक सोसाइटी आ ते ये ਜਿਹੜੇ ਇਹ ਵੱਡੀਆਂ ਵੱਡੀਆਂ ਕੰਪਨੀਆਂ ਕਾਰਪੋਰੇਟ ਕਲਚਰ ਪੰਜਾਬ ਚ ਆਊਗਾ ਤੇ ਸਾਡੀਆਂ ਜ਼ਮੀਨਾਂ ਖੋਹ ਲੈਣਗੇ। ਕੱਲੀ ਗੱਲ ਇੱਥੋਂ ਤੱਕ ਹੀ ਸੀਮਤ ਨਹੀਂ, ਇਹ ਅਧੂਰਾ ਸੱਚ ਆ। ਪੂਰਾ ਸੱਚ ਕੀ ਆ? ਪੂਰਾ ਸੱਚ ਇਹ ਆ ਵੀ ਦਿੱਲੀ ਨੇ ਸਾਡੀ ਹੋਂਦ ਸਾਡੀ ਹਸਤੀ ਮਟਾਉਣ ਦਾ ਨੰਬਰ 2 ਕਸ਼ਮੀਰ ਤੋਂ ਬਾਅਦ ਲਾਤਾ। ਹੁਣ ਸਾਨੂੰ ਜਦੋਂ ਗੱਲ ਸਾਡੀ ਹੋਂਦ ਤੇ ਆ ਜਾਂਦੀ ਆ ਤੇ ਜਿਹੜੇ ਸੰਘਰਸ਼ ਵਿੱਢਣੇ ਪੈਂਦੇ ਆ ਉਹ ਸਮਰਪਣ ਵਾਲੇ ਸੰਘਰਸ਼ ਹੁੰਦੇ ਆ। ਉਹ ਸੰਘਰਸ਼ ਹੁੰਦੇ ਆ ਜਿਹੜੀ ਚਮਕੌਰ ਦੀ ਖੜੀ 'ਚ ਜਦੋਂ 10ਵੇਂ ਪਾਤਸ਼ਾਹ ਨੇ ਕਿਹਾ ਸੀ ਪੰਥ। ਸੋ ਗੱਲ ਚਾਹੇ ਸਾਡੀ ਐਡਮਿਨਿਸਟ੍ਰੇਸ਼ਨ ਆ, ਸਾਡੇ
ਪੁਲਿਸ ਵਾਲੇ ਭਰਾ ਸਾਡੇ ਆਫੀਸਰਸ ਆ, ਜਿਹੜਾ ਇਸ ਧਰਤੀ ਨੇ ਪੈਦਾ ਕੀਤਾ, ਇੱਕ ਗੱਲ ਉਹਨਾਂ ਦੇ ਸਮਝਣ ਵਾਲੀ ਆ। ਇੱਥੇ ਗੱਲ ਕੋਈ ਕਿਸੇ ਖਾਸ ਵਰਗ ਦੀ ਨਹੀਂ ਹੋ ਰਹੀ। ਇੱਥੇ ਸਾਨੂੰ ਖੱਪੇ ਲਾ ਦਿੱਤੇ ਜਾਂਦੇ ਆ ਪਹਿਲਾਂ ਵੀ ਤੂੰ ਖਾਲਿਸਤਾਨੀ ਆ, ਤੂੰ ਅੱਤਵਾਦੀ ਆ, ਤੂੰ ਦੇਸ਼ ਧਰੋਹੀ ਆ। ਇਹ ਕੋਈ ਗੱਲ ਨਹੀਂ ਹੋ ਰਹੀ। ਗੱਲ ਪੂਰੇ ਪੰਜਾਬ ਦੇ ਬਸ਼ਿੰਦਿਆਂ ਦੀ ਹੋ ਰਹੀ ਹੈ, ਇਸ ਪੂਰੀ ਪੰਜਾਬ ਦੀ ਧਰਤੀ ਦੀ ਹੋ ਰਹੀ ਆ। ਸਾਨੂੰ ਤੁਹਾਡਾ ਵੀ ਸਾਥ ਚਾਹੀਦਾ। ਸੋ ਇੱਕ ਗੱਲ ਹੋਰ ਆ, ਸੰਘਰਸ਼ਾਂ 'ਚ ਸਾਨੂੰ ਸਮਾਜਿਕ ਵਰਤਾਰਿਆਂ ਤੋਂ ਸਿੱਖਣਾ ਪੈਂਦਾ। ਕਿਵੇਂ ਸਿੱਖਣਾ ਪੈਂਦਾ? ਇੱਕ ਅਮਰੀਕਨ ਰੈਵੋਲੂਸ਼ਨਰੀ ਹੋਇਆ ਸੀ, ਇਨਕਲਾਬੀ ਹੋਇਆ ਸੀ, ਮਾਰਟਨ ਲੂਥਰ ਕਿੰਗ। ਉਹ ਸਟ੍ਰੈਟਜੀਕਲੀ ਬੜਾ ਬਹੁਤ ਜ਼ਿਆਦਾ ਵਿਉਂਤ ਬਣਾ ਕੇ ਚੱਲਦਾ ਸੀ। ਹੁਣ ਜਿਵੇਂ 5-5 7-7 10-10 ਸਾਲ ਦੇ ਬੱਚੇ ਆ, ਸਾਨੂੰ ਉਹਨਾਂ ਨੂੰ ਵੀ ਵਿੱਚ ਲਿਆਉਣਾ ਪਊਗਾ। ਫਿਰ ਸਾਨੂੰ ਜੇ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਦੇ ਨਵਾਬ ਨੇ ਪੁੱਛਿਆ ਸੀ ਨਾ ਵੀ ਇਸਲਾਮ ਦਾ ਤੁਸੀਂ ਕਲਾਮ ਪੜ੍ਹ ਦਿਓ, ਉਹ ਕਹਿੰਦੇ ਅਸੀਂ ਭੁਜੰਗੀ ਆ, ਅਕਾਲ ਪੁਰਖ ਦੇ ਭੁਜੰਗੀ। ਇੰਨੀ ਗੱਲ ਹੀ ਪਤਾ ਸੀ। ਹੋ ਸਕਦਾ ਇਲਾਹੀ ਗਿਆਨ ਹੋਵੇ, ਪਰ ਇੰਨੀ ਗੱਲ ਤੋਂ ਬਾਅਦ ਉਸ ਨਵਾਬ ਨੂੰ ਸਰਹੰਦ ਦੇ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਇਹਨਾਂ ਨੂੰ ਨੀਹਾਂ 'ਚ ਚਿਣਾ ਦਿਓ, ਇਹਨਾਂ ਨੇ ਨਹੀਂ ਇੱਥੋਂ ਇਹ ਸਿਦਕ ਤੋਂ ਹਟਣਾ। ਸੋ ਬੰਦ ਹੋ ਜਾਂਦਾ ਯਾਰ, ਇਹਨੂੰ ਮਾੜਾ ਜਿਹਾ ਚਲਾਓ ਪਿਆ। ਆ ਦੇਖਿਓ ਕਿੱਥੋਂ ਚੱਲ ਪਿਆ। ਅੱਛਾ, ਗੱਲ ਮਾਰਟਨ ਲੂਥਰ ਕਿੰਗ ਦੀ ਕਰ ਰਹੇ ਸੀ। ਉਹ ਬੱਚਿਆਂ ਨੂੰ ਵੀ ਨਾਲ ਲਾ ਲੈਂਦਾ ਸੀ। ਉਹ ਸਾਡੀਆਂ ਭੈਣਾਂ ਨੂੰ ਵੀ ਆਪਦੀਆਂ ਨੂੰ ਉੱਥੋਂ ਦੀਆਂ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਨਾਲ ਲੈ ਲੈਂਦਾ ਸੀ। ਕਿਉਂਕਿ ਤੁਸੀਂ ਜਦੋਂ ਕੋਈ ਸੰਘਰਸ਼ ਲੜਨਾ, ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਨਾ, ਇਹ ਬਹੁਤ ਜ਼ਰੂਰੀ ਹੁੰਦਾ। ਘੱਟ ਤੋਂ ਘੱਟ ਲੋਕਾਂ ਦੀ એનર્ਜੀ ਲੱਗੇ, ਵੱਧ ਤੋਂ ਵੱਧ ਲੋਕ ਲਾਮਬੰਦ ਹੋਣ। ਤੁਹਾਡੀ ਰੈਜ਼ਿਸਟੈਂਸ ਜਿੰਨਾ ਚਿਰ ਪੈਸਿਵ ਰਹੂਗੀ, ਐਕਟਿਵ ਨਹੀਂ ਹੋਊਗੀ, ਉਦੋਂ ਤੱਕ ਸੰਘਰਸ਼ ਬਹੁਤ ਵੱਡਾ ਲਾਮਬੰਦ ਤਰੀਕੇ ਨਾਲ ਲੜਿਆ ਜਾ ਸਕਦਾ। ਉਹਨੂੰ ਪਤਾ ਸੀ। ਹੁਣ ਉਹ ਬੱਚਿਆਂ ਨੂੰ ਪੜ੍ਹਾ ਕੇ ਥੋੜੀ ਲਿਆਉਂਦੇ ਸੀ। ਅਸੀਂ ਕਹੀਏ ਯਾਰ ਆਪਦੇ ਬੱਚੇ ਕਿਉਂ ਲੈ ਕੇ ਆਈਏ, ਇਹਨਾਂ ਤੋਂ ਆਰਡੀਨੈਂਸ ਬਾਰੇ ਪਤਾ ਹੀ ਨਹੀਂ। ਉਹ ਯਾਰ ਨਹੀਂ ਪਤਾ, ਇੰਨਾ ਹੀ ਪਤਾ ਵੀ ਸਾਡੀਆਂ ਜ਼ਮੀਨਾਂ ਖੋਹਦਾ ਮੋਦੀ। ਜਦੋਂ ਸਰਕਾਰਾਂ ਬੱਚਿਆਂ ਤੇ ਜ਼ੁਲਮ ਕਰਨਗੀਆਂ ਤਾਂ ਇਹ ਇੰਟਰਨੈਸ਼ਨਲ ਲੈਵਲ ਤੇ ਸੰਘਰਸ਼ ਬਣ ਜਾਊਗਾ। ਸਾਨੂੰ ਸਮਰਪਣ ਦੇਣਾ ਪੈਣਾ, ਸਾਡੇ ਘਰਾਂ ਦਾ ਵੀ ਦੇਣਾ ਪੈਣਾ, ਸਾਡੇ ਬੱਚਿਆਂ ਦਾ ਵੀ ਦੇਣਾ ਪੈਣਾ, ਆਪਦੇ ਸਿਰ ਵੀ ਦੇਣੇ ਪੈਣੇ ਆ, ਸਾਡੇ ਪਰਿਵਾਰਾਂ ਨੂੰ ਵੀ ਝੋਕਣਾ ਪੈਣਾ। ਇਹ ਗੱਲ ਜਦੋਂ ਤੱਕ ਸਾਡੇ ਸਮਝ 'ਚ ਨਹੀਂ ਆਉਂਦੀ, ਅਸੀਂ ਇਕੱਲੇ ਨੌਜਵਾਨਾਂ ਨੂੰ ਵੰਗਾਰਦੇ ਰਹਿੰਦੇ ਆ। ਪਰ ਗੱਲ ਗਾਂ ਦੀ ਆ, ਇਹ ਸਮਝਣ ਵਾਲੀ ਗੱਲ ਆ ਸਾਡੇ ਲਈ। ਹੁਣ ਅਗਲੀ ਗੱਲ ਜਿਹੜੀ ਸਾਡੇ ਲਈ ਸਮਝਣੀ ਬਹੁਤ ਜ਼ਰੂਰੀ ਆ, ਜਿੰਨੇ ਕੁ ਲੋਕਾਂ ਦੇ ਕੰਨਾਂ 'ਚ ਪੈਂਦੀ ਆ ਉਨਾ ਹੀ ਚੰਗਾ, ਵੀ ਜਿਹੜੀ ਸਾਡੀ ਲੜਾਈ ਆ ਉਹ ਕੱਲੀ ਕਾਰਪੋਰੇਟਸ ਦੇ ਨਾਲ ਲੜਾਈ ਨਹੀਂ ਹੋ ਰਹੀ। ਇੱਥੇ ਲੜਾਈ ਇਹ ਨਹੀਂ ਆ ਵੀ ਉਹ ਕਾਰਪੋਰੇਟ ਖੇਤਰ ਆਊਗਾ ਤੇ ਕਿਸਾਨਾਂ ਤੇ ਆਪਦਾ ਗਲਬਾ ਪਾਲੂਗਾ ਤੇ ਸਾਡੀਆਂ ਜ਼ਮੀਨਾਂ ਆਪਦੇ ਕੋਲੇ ਕੰਟਰੋਲ ਕਰਨਗੇ, ਸਾਨੂੰ ਦੱਸਣਗੇ ਤੁਸੀਂ ਕਿਹੜੀ ਫਸਲ ਉਗਾਉਣੀ ਆ, ਤੁਸੀਂ ਖਾਣਾ ਕੀ ਆ, ਤੁਸੀਂ ਪਹਿਨਣਾ ਕੀ ਆ, ਤੁਸੀਂ ਦੇਖਣਾ ਕੀ ਆ, ਕਿਹੜੇ ਗਾਣੇ ਸੁਣਨੇ ਆ, ਕਿਹੜਾ ਕੁਛ ਮਾंस ਖਾਣਾ ਕਿ ਨਹੀਂ ਖਾਣਾ। ਗੱਲ ਇੱਥੋਂ ਤੱਕ ਨਹੀਂ ਹੈ। ਅਸੀਂ ਇਹ ਲੜਾਈ ਲੜ ਰਹੇ ਹਾਂ ਉਸ ਧਿਰ ਦੇ ਖਿਲਾਫ ਜਿਹਦੀ ਵਿਚਾਰਧਾਰਾ ਇੱਕ ਨੇਸ਼ਨ ਬਿਲਡਿੰਗ ਦੀ ਆ। ਤੇ ਉਹ ਨੇਸ਼ਨ ਬਿਲਡਿੰਗ ਜਾਂ ਦੇਸ਼ ਇੱਕ ਬਿਲਡ ਕਰਨਾ ਉਹਨਾਂ ਲਈ ਉਹ ਕੀ ਆ? ਉਹ ਕਹਿੰਦੇ ਆ ਵੀ ਜਿਹੜੀ ਵਿਚਾਰਧਾਰਾ ਹਿੰਦੂ ਰਾਸ਼ਟਰ ਦੇ ਰਾਹ ਚ ਆਊਗੀ ਉਹਨੂੰ ਖਤਮ ਕਰ ਦਿਓ, ਉਹਨੂੰ ਜਾਂ ਤਾਂ ਐਲੀਮੀਨੇਟ ਕਰ ਦਿਓ ਜਾਂ ਸਿਮੂਲੇਟ ਕਰ ਦਿਓ, ਜਾਂ ਤਾਂ ਉਹਨੂੰ ਮਾਰ ਦਿਓ ਜ਼ੁਲਮ ਤੇ ਜ਼ਬਰ ਨਾਲ, ਜਾਂ ਆਪਦੇ ਚ ਮਿਲਾ ਲਓ। ਹੁਣ ਕੁਝ ਲੜਾਈਆਂ ਇਹ ਹੁੰਦੀਆਂ ਜਿਹੜੀਆਂ ਪ੍ਰਗਟ ਰੂਪ ਚ ਸਾਨੂੰ ਸਮਝ ਆ ਜਾਂਦੀਆਂ, ਕੁਝ ਲੜਾਈਆਂ ਪ੍ਰਗਟ ਰੂਪ ਚ ਨਹੀਂ ਅਦ੍ਰਿਸ਼ ਰੂਪ ਚ ਚੱਲਦੀਆਂ ਹੁੰਦੀਆਂ। ਇਸੇ ਕਰਕੇ ਸਾਡੇ ਫਲਸਫੇ ਨੂੰ ਵੀ, ਸਾਡੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਕਿਉਂਕਿ ਪੰਜਾਬ ਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਬਿਨਾ, ਪੰਜਾਬ ਨੂੰ ਸਾਡੀ ਕਿਸਾਨੀ ਤੋਂ ਬਿਨਾ ਕਲਪਿਆ ਵੀ ਨਹੀਂ ਜਾ ਸਕਦਾ। ਸੋ ਉਹਨਾਂ ਦੀ ਸੱਟ, ਉਹਨਾਂ ਦੀ ਜਿਹੜੀ ਨਿਗਾਹ ਜੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗਈ ਆ, ਉਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਢਾਉਣ ਖਾਤਰ ਗਈ ਆ। ਸੋ ਇਸ ਕਰਕੇ ਗੱਲ ਸਮਝਣੀ ਬੜੀ ਜ਼ਰੂਰੀ ਆ। ਇਹ ਕੱਲੀ ਆਰਥਿਕ ਲੜਾਈ ਨਹੀਂ ਆ, ਇਹਦਾ ਇੱਕ ਰਾਜਸੀ ਮੰਤਵ ਜਾਂ ਇੱਕ ਜਿਹੜੀ ਸਰਕਾਰ ਆ ਇਸ ਵੇਲੇ ਸਾਡੇ ਹੁਕਮਰਾਨ ਆ ਉਹਨਾਂ ਦਾ ਇਹਦੇ ਚੋਂ ਮੰਤਵ ਦੂਜਾ ਕੀ ਆ। ਨਹੀਂ ਤਾਂ ਜਦੋਂ ਲੋਕ ਲਹਿਰ ਖੜੀ ਹੋ ਜੇ ਤੇ ਸਰਕਾਰ ਕਈ ਵਾਰੀ ਹਿੱਲ ਜਾਂਦੀ ਹੁੰਦੀ ਆ। ਸਰਕਾਰ ਫॉर ਟਾਈਮ ਬੀਇੰਗ ਜੇ ਕੱਲੀ ਆਰਥਿਕ ਗੱਲ ਹੁੰਦੀ ਤਾਂ ਹੋ ਸਕਦਾ ਫॉर ਟਾਈਮ ਬੀਇੰਗ ਇਸ ਗੱਲ ਨੂੰ ਵਾਪਸ ਖਿੱਚ ਲੈਂਦੀ ਵੀ ਕੋਈ ਨਹੀਂ, ਫॉर ਟਾਈਮ ਬੀਇੰਗ ਲੋਕਾਂ ਦੇ ਰੋਹ ਨੂੰ, ਲੋਕਾਂ ਦੇ ਉਭਾਰ ਨੂੰ ਅਸੀਂ ਸਮਝ ਕੇ ਇਹਨੂੰ ਪਾਸੇ ਕਰ ਦਈਏ।
ਤੇ ਸਾਡੀਆਂ ਸਿਰਾਂ ਦੀ ਗਿਣਤੀ ਇਹ ਤੋਂ ਘੱਟ ਹੋਊਗੀ। ਪਰ ਸਰਕਾਰ ਨੇ ਨਹੀਂ ਹਿੱਲਣਾ। ਇਹ ਪਹਿਲਾਂ ਹੀ ਪਤਾ ਸੀ ਮੈਨੂੰ, ਰਾਸ਼ਟਰਪਤੀ ਨੇ ਵੀ ਸਾਈਨ ਕਰ ਦੇਣਾ, ਇਹਨੇ ਲਾਅ ਬਣ ਜਾਣਾ। ਇਸ ਲੈਜਿਸਲੇਸ਼ਨ ਨੂੰ ਅਸੀਂ ਕਾਨੂੰਨੀ ਤੌਰ ਤੇ ਵੀ ਲੜਾਈ ਦੇਵਾਂਗੇ, ਪਰ ਸਾਡੇ ਮੋਰਚੇ ਵੀ ਜਾਰੀ ਰਹਿਣਗੇ, ਕਿਉਂਕਿ ਹਰ ਲੜਾਈ ਹਰ ਮੋਰਚੇ ਤੇ ਜ਼ਰੂਰੀ ਹੁੰਦੀ ਆ। ਸਾਨੂੰ ਪਤਾ ਸਾਨੂੰ ਸੁਪਰੀਮ ਕੋਰਟ ਤੋਂ ਨਿਆਂ ਨਹੀਂ ਮਿਲਣਾ, ਇਹ ਗੱਲ ਪਹਿਲਾਂ ਹੀ ਪਤਾ, ਪਰ ਫਿਰ ਵੀ ਲੜਾਈ ਲੜਨੀ ਪੈਂਦੀ ਆ, ਕਿਉਂਕਿ ਕਈ ਵਾਰੀ ਕਈ ਨੇਕ ਰੂਹ, ਕੋਈ ਨੇਕ ਜੱਜ ਬੈਠਾ ਹੁੰਦਾ ਜਿਹੜਾ ਮਾੜਾ ਮੋਟਾ ਨਿਆਂ ਕਿਤੇ ਦੇ ਜਾਂਦਾ। ਇਸ ਕਰਕੇ ਉਹ ਲੜਾਈ ਵੀ ਲੜਨੀ ਜ਼ਰੂਰੀ ਆ, ਇਹ ਮੋਰਚਿਆਂ ਵਾਲੀ ਲੜਾਈ ਵੀ ਲੜਨੀ ਜ਼ਰੂਰੀ ਆ। ਦੋ ਤਿੰਨ ਗੱਲਾਂ ਬੜੀਆਂ ਜ਼ਰੂਰੀ ਆ ਲੜਾਈ ਲੜਨ ਲਈ, ਦੋ ਤਿੰਨ ਯੂਨੀਵਰਸਲ ਮਤਲਬ ਪ੍ਰਿੰਸੀਪਲ ਆ, ਇਹ ਸਮਝ ਲਓ ਤੁਸੀਂ। ਪਹਿਲੀ ਗੱਲ, ਸਾਨੂੰ ਇਹ ਪਤਾ ਹੋਵੇ ਸਾਡਾ ਦੁਸ਼ਮਣ ਕੌਣ ਆ। 84 ਤੋਂ ਬਾਅਦ ਕੌਮ ਨੇ ਲੜਾਈ ਲੜੀ। ਅੱਛਾ, ਉਦੋਂ ਸਾਡੇ 'ਚ ਦੋ ਫਾੜ ਰਹੀ, ਸਾਨੂੰ ਇਹ ਨਹੀਂ ਪਤਾ ਸੀ ਸਾਡਾ ਦੁਸ਼ਮਣ ਕੌਣ ਆ। ਜਿਹੜਾ ਕਿਸਾਨ ਜਾਂ ਪਿੰਡਾਂ 'ਚ ਰਹਿਣ ਵਾਲੇ, ਉਹਨਾਂ ਨੂੰ ਤਾਂ ਐਂ ਲੱਗਦਾ ਸੀ ਵੀ ਆ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਸਾਡੇ ਪੱਲੇ ਕੀ ਰਹਿ ਗਿਆ ਹੁਣ। ਪਰ ਜਿਹੜੇ ਸ਼ਹਿਰ 'ਚ ਰਹਿੰਦੇ ਸੀ ਜਾਂ ਡਾਕਟਰ ਮਨਮੋਹਨ ਸਿੰਘ ਵਰਗੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਬਣੇ ਆ, ਉਹ ਜਨੇਵਾ ਇੰਟਰਨੈਸ਼ਨਲ ਹਿਊਮਨ ਕਨਵੈਨਸ਼ਨ ਤੇ ਜਾ ਕੇ ਇਹ ਕਹਿ ਰਹੇ ਸੀ ਵੀ ਪੰਜਾਬ 'ਚ ਤਾਂ ਕੁਝ ਹੋਇਆ ਹੀ ਨਹੀਂ, ਕਿਸੇ ਨਾਲ ਕੋਈ ਜ਼ਬਰ ਜ਼ੁਲਮ ਹੋ ਹੀ ਨਹੀਂ ਰਿਹਾ। ਉਹ ਤਾਂ ਉੱਥੇ ਕੁਝ ਲੋਕਾਂ ਨੇ ਵਿਦਰੋਹ ਕੀਤਾ ਸੀ ਤੇ ਸਰਕਾਰ ਨੇ ਉਹ ਵਿਦਰੋਹ ਦਬਾ ਲਿਆ। ਸੋ ਸਾਡੇ ਐਲੀਟਸ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਡਾ ਦੁਸ਼ਮਣ ਕੌਣ ਆ। ਸੋ ਸਭ ਤੋਂ ਪਹਿਲਾਂ ਕੌਮ ਨੂੰ ਇਹ ਪਤਾ ਹੋਣਾ ਚਾਹੀਦਾ ਸਾਡਾ ਦੁਸ਼ਮਣ ਕੌਣ ਆ। ਦੂਜੀ ਗੱਲ, ਸਾਨੂੰ ਇਹ ਪਤਾ ਹੋਣਾ ਚਾਹੀਦਾ ਅਸੀਂ ਕੌਣ ਆ। ਅਸੀਂ ਉਦੋਂ ਹੀ ਸਾਡੇ ਆਪ ਨੂੰ ਆਪਦੀ ਪਛਾਣ ਹੋ ਸਕੂਗੀ ਜਦੋਂ ਸਾਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਪਛਾਣ ਆ, ਜਦੋਂ ਸਾਨੂੰ ਸਰਬੱਤ ਦੇ ਭਲੇ ਦੀ ਪਛਾਣ ਆ, ਜਦੋਂ ਤੱਕ ਸਾਨੂੰ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਦੀ ਪਹਿਚਾਣ ਆ। ਦਰਜਾ ਬਦਰਜੀ ਖਤਮ ਕਰ ਦਈਏ। ਦਰਜਾ ਤੀਜਾ ਗੋਲਡਨ ਪ੍ਰਿੰਸੀਪਲ। ਉਹ ਭਾਈ ਇੱਕ ਮਿੰਟ ਯਾਰ, ਜਾਂ ਤਾਂ ਚੁੱਪ ਕਰ ਜੀਏ ਆਪਾਂ। ਕੋਈ ਨਹੀਂ ਹੁਣ ਜਿਵੇਂ ਖੜੇ ਆ, ਜਿਹੜੇ ਨਹੀਂ ਬਹਿੰਦੇ ਆ ਭਾਈ, ਸੰਗਤ ਦਾ ਹੁਕਮ ਆ, ਸੰਗਤ ਦਾ ਹੁਕਮ ਨਾ ਟਾਲੋ, ਬਹਿ ਜਾਓ। ਗੱਲ ਐਨ ਜਮਾ ਮੌਕੇ ਤੇ ਆਈ ਆ, ਬਹਿ ਜਾਓ। ਤੀਜਾ ਗੋਲਡਨ ਪ੍ਰਿੰਸੀਪਲ, ਭਾਈ ਧਿਆਨ ਨਾਲ ਕਿਤੇ ਪਹੁੰਚ ਨਹੀਂ ਸਕੇ। ਕਿਉਂ ਨਹੀਂ ਪਹੁੰਚਦੇ? ਬੜੀ ਜ਼ਰੂਰੀ ਆ। ਜੇ ਮੈਨੂੰ ਚੁੱਪ ਦਾ ਦਾਨ ਬਖਸ਼ੋਗੇ ਸੰਗਤ ਜੀ, ਤਾਂ ਆਹ ਗੱਲ ਬੜੀ ਜ਼ਰੂਰੀ ਆ। ਮੈਂ ਹਮੇਸ਼ਾ ਕਹਿਣਾ ਹੁੰਦਾ, ਲੜਾਈਆਂ, ਉਹ ਯਾਰ ਭਾਈ ਇੱਕ ਮਿੰਟ, ਇਹਨਾਂ ਨੇ ਚਲੋ ਆਈ ਚਲੇ, ਲੜਾਈਆਂ ਪਹਿਲਾਂ ਜਿੱਤੀਆਂ ਜਾਂਦੀਆਂ ਫੇਰ ਲੜੀਆਂ ਜਾਂਦੀਆਂ। ਅਸੀਂ ਹਮੇਸ਼ਾ ਲੜਾਈਆਂ ਪਹਿਲਾਂ ਲੜਦੇ ਆਂ, ਫਿਰ ਜਿੱਤਣ ਦੀ ਆਸ ਕਰਦੇ ਆਂ। ਸਾਡੇ ਕੋਲੇ ਜਿੱਤ ਨਹੀਂ ਸਾਡੇ ਹੱਥ 'ਚ ਆਉਂਦੀ। ਲੜਾਈ ਪਹਿਲਾਂ ਲੜਨੀ ਪੈਂਦੀ ਆ, ਪਹਿਲਾਂ ਸਟ੍ਰੈਟੇਜਾਈਜ਼ ਕਰਨੀ ਪੈਂਦੀ ਆ, ਉਹਦੀ ਵਿਉਂਤ ਘੜਨੀ ਪੈਂਦੀ ਆ, ਫੇਰ ਜਿੱਤੀ ਜਾਂਦੀ ਆ। ਸੋ ਇਹ ਗੱਲ ਸਾਡੇ ਆਗੂਆਂ ਨੇ, ਚਾਹੇ ਕਿਸਾਨ ਆਗੂ ਆ। ਦੇਖੋ ਇੱਕ ਗੱਲ ਮੈਂ ਬੜੇ ਠੋਕ ਕੇ ਗੱਲ ਕਰ ਰਿਹਾ, ਅੱਜ ਤੱਕ ਜਿੰਨੀ ਸਾਡੀ ਰਾਜਸੀ ਧਿਰ ਸੀ, ਸਾਡੀ ਸਮਾਜਿਕ ਧਿਰ ਸੀ, ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਸੀ, ਅੱਜ ਤੱਕ ਸਾਡੇ ਵਿਦਰੋਹ ਨੂੰ, ਸਾਡੇ ਸੁਭਾਅ ਨੂੰ, ਸਾਡੇ ਜੋਸ਼ ਨੂੰ, ਸਾਡੇ ਜਜ਼ਬੇ ਨੂੰ ਕਿਤੇ ਪਹੁੰਚਾ ਹੀ ਨਹੀਂ ਸਕੇ। ਜੇ ਅਸੀਂ ਹੁਣ ਕਹਿੰਦੇ ਆ ਵੀ ਕਿਸਾਨ ਜਥੇਬੰਦੀਆਂ ਲੱਗੋ ਅੱਗੇ, ਯਾਰ ਹੁਣ ਉਹਨਾਂ ਨੇ ਕੀ ਖਾ ਲਿਆ? ਹੁਣ ਉਹ ਕਿੱਥੋਂ ਇਹੋ ਜਿਹੀ ਪੜ੍ਹਾਈ ਪੜ੍ਹ ਕੇ ਆ ਗਏ, ਕਿੱਥੋਂ ਵਿਉਂਤਾਂ ਬਣਾ ਕੇ ਆ ਗਏ ਵੀ ਹੁਣ ਬੜਾ ਕੁਝ ਉਹਨਾਂ ਨੇ ਸਿੱਖ ਲਿਆ ਤੇ ਇਹਨੂੰ ਕੋਈ ਸੇਧ ਦੇ ਦੇਣਗੇ। ਸੋ ਆਪਦੇ ਆਪ 'ਚ ਸਪਸ਼ਟਤਾ ਰੱਖਣੀ ਵੀ ਜਿਹੜੇ ਫੈਸਲੇ ਲੈਣੇ ਆ ਉਹ ਸੰਗਤ 'ਚ ਲਓ, ਜਿਹੜੇ ਫੈਸਲੇ ਲੈਣੇ ਆ ਉਹ ਸੰਗਤ 'ਚ ਬੈਠੋ, ਸੰਗਤ ਫੈਸਲੇ ਲਵੇ। ਡਰਾਇੰਗ ਰੂਮਾਂ 'ਚ ਕਮਰਿਆਂ 'ਚ ਬੈਠ ਕੇ ਫੈਸਲੇ ਨਹੀਂ ਲਏ ਜਾਂਦੇ, ਉੱਥੇ ਤਾਂ ਵੇਚੇ ਜਾਂਦੇ ਆ। ਇਸ ਕਰਕੇ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ, ਇਹਨਾਂ ਗੱਲਾਂ 'ਚ ਸੱਚੀ ਕੋਈ ਦਮ ਨਹੀਂ। ਲੋ ਮੈਂ ਸ਼ਰੇਆਮ ਕਹਿਣਾ ਬਾਈ ਜੀ, ਜੇ ਫੇਰ ਕਿਸੇ ਨੂੰ ਆਪਾਂ ਖੜਾ ਕਰ ਦਾਂਗੇ ਨਾ ਸੰਗਤ ਤੋਂ ਬਿਨਾ, ਫੇਰ ਕਿਸੇ ਜਥੇਬੰਦੀਆਂ ਨੂੰ, ਕਿਸਾਨਾਂ ਨੂੰ ਜਾਂ ਕਿਸੇ ਹੋਰ ਨੂੰ ਇਹ ਸੰਘਰਸ਼ ਦੇ ਦਾਂਗੇ। ਉਹਨਾਂ ਨੇ ਉਹੀ ਕੰਮ ਕਰਨਾ ਜਿਹੜਾ ਸਰਬੱਤ ਖਾਲਸਾ ਨਾਲ ਹੋਇਆ, ਉਹੀ ਕੰਮ ਕਰਨਾ ਜਿਹੜਾ ਬਰਗਾੜੀ ਵੇਲੇ ਹੋਇਆ, ਤੇ ਉਹੀ ਹੁਣ ਹੋ ਜੂ। ਸੋ ਜਿਹੜੇ ਡਰਾਇੰਗ ਰੂਮਾਂ 'ਚ ਫੈਸਲੇ ਲੈਣੇ ਆ, ਫਿਰ ਮੈਂ ਤਾਂ ਨਹੀਂ ਆਉਂਦਾ। ਮੈਂ ਤੁਹਾਨੂੰ ਅੱਜ ਕਹਿ ਦਿੰਦਾ, ਜੇ ਸੰਗਤ ਨੇ ਫੈਸਲੇ ਲੈਣੇ ਆ ਜਿੱਥੇ ਮਰਜ਼ੀ ਬੁਲਾ ਲਿਓ, ਨਾਲ ਖੜਾ ਹੋਊਗਾ। ਤੇ ਜੇ ਕਿਤੇ ਗਦਾਰੀ ਕਰ ਗਿਆ, ਪੰਜਾਬ ਨਿਕਾਲਾ ਦੇ ਦਿਓ, ਦੇਸ਼ ਨਿਕਾਲਾ ਦੇ ਦਿਓ। ਸੋ ਅੱਛਾ, ਅਗਲੀ ਗੱਲ ਸਾਡੇ ਇੱਕ ਹੋਰ ਗੱਲ ਆ, ਸਾਡੀ ਕਿਸੇ ਦੀ ਵੀ ਇੱਥੇ ਬੈਠੇ ਆ ਜਿਹੜੇ ਇਹਨਾਂ ਦੇ ਅੰਦਰ ਦਰਦ ਆ, ਇਹਨਾਂ ਦੇ ਅੰਦਰ ਜ਼ਮੀਰ ਵੀ ਜਾਗਦੀ ਆ। ਜਿਵੇਂ ਇੱਕ ਹੋਰ ਗੱਲ ਖਾਲਸਾ ਦੀ ਨਹੀਂ ਹੋ ਰਹੀ, ਪਰ ਗੱਲ ਜਿਹੜੀ ਸਹੀ ਆ ਉਹ ਹੋ ਰਹੀ ਆ। ਸੰਤ ਨਿਹਾਲ ਸਿੰਘ ਪਿੰਡ ਵਾਲੇ ਕਹਿੰਦੇ ਸੀ ਵੀ ਸਰੀਰਕ ਮੌਤ ਨਹੀਂ ਹੁੰਦੀ, ਜ਼ਮੀਰ ਦਾ ਮਰ ਜਾਣਾ ਮੌਤ ਆ। ਸੋ
ਜ਼ਮੀਰਾਂ ਜਾਗਦੀਆਂ ਸਾਡੇ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਤੁਹਾਡੇ ਸਾਡੇ ਲੀਡਰਾਂ ਦੇ ਸਾਨੂੰ ਵਿਚਾਰਾਂ ਦੇ ਵਖਰੇਵਿਆਂ ਨੂੰ ਵੀ ਕਿਵੇਂ ਪ੍ਰਵਾਨ ਕਰਨਾ ਅਸੀਂ ਆਪਦੇ ਆਪ ਚ ਗ੍ਰਹਿਣ ਕਰਨਾ ਉਹਨੂੰ ਕਿਵੇਂ ਮਾਣ ਸਨਮਾਨ ਦੇਣਾ ਇਹ ਵੀ ਸਿੱਖਣਾ ਪਊਗਾ ਕਿਉਂਕਿ ਜਦੋਂ ਵਿਚਾਰਾਂ ਦੇ ਵਖਰੇਵਿਆਂ ਦੇ ਨਾਲ ਅਸੀਂ ਤਣਾਅ ਤੇ ਟਕਰਾਅ ਪੈਦਾ ਕਰਾਂਗੇ ਨਾ ਤੇ ਫਿਰ ਕੋਈ ਸੇਧ ਨਹੀਂ ਮਿਲਦੀ ਹੁੰਦੀ ਸੋ ਇਸ ਕਰਕੇ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ ਮੈਂ ਇੱਕ ਵਾਰੀ ਫੇਰ ਕਹਿਣਾ ਵੀ ਇਕੱਲੇ ਸਿੱਖ ਨਹੀਂ ਹਿੰਦੂ ਵੀ ਸਾਡੇ ਭਰਾ ਜੇ ਕੱਲ ਨੂੰ ਉਹਨਾਂ ਤੇ ਭੀੜ ਪਈ ਆ ਸਿਰ ਧੜਦੀ ਲਾ ਜਾਾਂਗੇ ਦਲਿਤ ਵੀ ਸਾਡੇ ਭਰਾ ਜੇ ਉਹਨਾਂ ਤੇ ਭੀੜ ਪੈਂਦੀ ਆ ਸਿਰ ਧੜਦੀ ਲਾ ਜਾਾਂਗੇ ਉਵੇਂ ਸਿੱਖਾਂ ਤੇ ਭੀੜ ਪੈਂਦੀ ਆ ਸਿਰ ਧੜਦੀ ਲਾ ਜਾਾਂਗੇ ਸੋ ਜੇ ਸਾਡੇ 'ਚ ਜਜ਼ਬਾ ਗੁਰੂ ਨਾਨਕ ਸਾਹਿਬ ਵਾਲਾ ਹੋਊਗਾ ਘੱਟ ਗਿਣਤੀ ਨਾਲ ਕੋਈ ਫਰਕ ਨਹੀਂ ਹੁੰਦਾ ਆ ਜਾਣ ਲੱਖਾਂ ਚੜ ਕੇ ਇੱਥੇ ਫਲਸਫਿਆਂ ਦੀ ਗੱਲ ਹੁੰਦੀ ਆ ਜੇ ਕਿਤੇ ਜੇ ਫਲਸਫੇ ਜੇ ਵਿਚਾਰਧਾਰਾ ਸੱਚੀ ਤੇ ਸੁੱਚੀ ਹੋਵੇ ਘੱਟ ਗਿਣਤੀ ਕੋਈ ਫਰਕ ਨਹੀਂ ਹੁੰਦਾ ਫਿਰ ਤਾਂ ਕੱਲਾ ਹੀ 1.25 ਲੱਖ ਨਾਲ ਲੜ ਜਾਂਦਾ ਸੋ ਇਸ ਕਰਕੇ ਤੇ ਸਾਡਾ ਸਿੱਖ ਵੀ ਅਣਖੀ ਆ ਸਾਡੇ ਇੱਥੇ ਪਹਿਲੇ ਜਾਮੇ ਤੋਂ ਲੈ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਜਾਮਿਆਂ ਤੱਕ ਜੋ ਇਨਕਲਾਬ ਆਇਆ ਨਾ ਉਹ ਇਸ ਹਿੰਦੁਸਤਾਨ ਦੀ ਧਰਤੀ ਤੇ ਕਿਤੇ ਨਹੀਂ ਆਇਆ ਇਨਕਲਾਬ ਜਿਹੜਾ ਆਇਆ ਉਹ ਤਾਂ ਆਇਆ ਹੀ ਇਸ ਧਰਤੀ ਤੇ ਆ ਤਾਂ ਹੀ ਤਾਂ ਇਸ ਧਰਤੀ ਨੂੰ ਗੁਰੂਆਂ ਦੀ ਪੀਰਾਂ ਦੀ ਧਰਤੀ ਕਹਿੰਦੇ ਆ ਜੇ ਅੱਜ ਅਸੀਂ ਇਸ ਧਰਤੀ ਤੇ ਆਪਦਾ ਦਾਵਾ ਰੱਖਦੇ ਆ ਨਾ ਦਾਵਾ ਤਾਂ ਰੱਖਿਆ ਜਾਂਦਾ ਹੁੰਦਾ ਜੇ ਤੁਹਾਡਾ ਕੋਈ ਸੰਘਰਸ਼ ਪਿੱਛੇ ਪਿਆ ਹੋਵੇ ਦਾਵਾ ਤਾਂ ਰੱਖਿਆ ਜਾਂਦਾ ਹੁੰਦਾ ਜੇ ਤੁਹਾਡੀ ਕੋਈ ਪਿੱਛੇ ਸ਼ਹਾਦਤਾਂ ਪਈਆਂ ਹੁਣ ਤੁਸੀਂ ਖੂਨ ਡੋਲਿਆ ਹੋਵੇ ਅੱਜ ਕੋਈ ਗੁਜਰਾਤੀ ਆ ਕੇ ਕਹਿ ਦੂਗਾ ਵੀ ਮੈਂ ਪੰਜਾਬ ਦੀ ਧਰਤੀ ਤੇ ਦਾਵਾ ਰੱਖਦਾ ਫਿਰ ਕਿਵੇਂ ਗੁਜਰਾਤੀ ਕਹਿ ਦੇਣਗੇ ਅਸੀਂ ਇੱਥੇ ਬੀਜੇਪੀ ਦੀ ਸਰਕਾਰ ਬਣਾਵਾਂਗੇ ਨਹੀਂ ਇੱਥੇ ਸਾਡਾ ਦਾਵਾ ਅਸੀਂ ਸੰਘਰਸ਼ ਕੀਤੇ ਆ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤੇ ਆ ਇੱਥੇ ਫਿਰ ਕਿਵੇਂ ਕੋਈ ਕੇਜਰੀਵਾਲ ਵਰਗਾ ਆ ਕੇ ਕਹਿ ਦੂਗਾ ਅਸੀਂ ਸਰਕਾਰ ਬਣਾਵਾਂਗੇ ਫਿਰ ਤਾਂ ਡੁੱਬ ਕੇ ਮਰ ਜਗੇ ਯਾਰ ਅਸੀਂ ਫਿਰ ਤੁਹਾਡੇ ਬਜ਼ੁਰਗਾਂ ਦੀਆਂ ਕਮਾਈਆਂ ਕੀਤੀਆਂ ਪੁਰਖਿਆਂ ਦੀਆਂ ਕਮਾਈਆਂ ਕੀਤੀਆਂ ਕਿੱਧਰ ਗਈਆਂ ਉਹ ਬੋਲਦੀਆਂ ਨਹੀਂ ਸਾਡੇ ਖੂਨ ਚੋਂ ਸੋ ਆਪਦਾ ਦਾਵਾ ਹੀ ਛੱਡ ਜੀਏ ਇਸ ਧਰਤੀ ਤੇ ਇਹ ਕਿਵੇਂ ਹੋ ਸਕਦਾ ਫਿਰ ਤਾਂ ਸੰਘਰਸ਼ ਚੋਂ ਲੰਘਣਾ ਪੈਣਾ ਇੱਕ ਗੱਲ ਦੇਖੋ ਜਦੋਂ ਤੱਕ ਆਪਾਂ ਇੱਕ ਐਗਜ਼ਾਮਪਲ ਸਮਝਦੇ ਆ ਇਸ ਗੱਲ ਨੂੰ ਖਹਿਰਾ ਸਾਹਿਬ ਖੜੇ ਹੋਏ ਖੁਦ ਮੁਖਤਿਆਰੀ ਦੀ ਗੱਲ ਕਰਨ ਲੱਗੇ ਸਾਲ ਕ ਚੱਲੇ 2 ਸਾਲ ਚੱਲੇ ਹੋਣੇ ਆ ਉਦੋਂ ਬਾਅਦ ਅੱਜ ਕਾਂਗਰਸ 'ਚ ਜਾ ਕੇ ਰਲ ਗਏ ਕਿਉਂ ਉਹਨਾਂ ਨੂੰ ਦਿਖਿਆ ਵੀ ਯਾਰ ਜੇ ਮੈਂ ਇਸ ਗੱਲ ਤੇ ਖੜਾ ਰਹੂੰਗਾ ਤਾਂ ਮੈਨੂੰ ਜੇਲ੍ਹਾਂ 'ਚੋਂ ਲੰਘਣਾ ਪੈਣਾ UAPA ਦੇ ਕੇਸ ਪੈਂਦੇ ਸੀ ਖਹਿਰਾ ਸਾਹਿਬ ਖੜੇ ਹੁੰਦੇ ਸੀ 2 ਸਾਲ ਹੀ ਚੱਲ ਸਕੇ 2 ਸਾਲ ਜੇਲ੍ਹ ਤੋਂ ਤਾਂ ਫੇਰ ਵੀ ਨਹੀਂ ਬਚੇ ਤੇ ਸਾਡਾ ਜਰਨੈਲ 40 ਸਾਲ ਸਾਡੇ ਨਾਲ ਤੁਰਿਆ ਫਿਰਦਾ ਇਹ ਤਾਂ 2 ਸਾਲਾਂ 'ਚ ਜਾ ਕੇ ਕਿਸੇ ਹੋਰ ਖੇਮੇ 'ਚ ਨਹੀਂ ਗਿਆ ਇਹ ਤਾਂ ਆਪਦੀ ਕੌਮੀਅਤ ਨੂੰ ਵੀ ਸਾਂਭੀ ਬੈਠਾ ਆਪਦੀ ਪਛਾਣ ਨੂੰ ਵੀ ਸਾਂਭੀ ਬੈਠਾ ਕੌਮ ਪਛਾਣ ਦੀ ਲੜਾਈ ਲੜ ਰਹੀ ਹੋਵੇ ਤੇ ਅਸੀਂ ਆਪਦੇ ਜਰਨੈਲ ਨੂੰ ਪੁੱਛੀਏ ਵੀ ਤੈਨੂੰ ਜਦੋਂ ਮੌਕਾ ਮਿਲਿਆ ਸੀ ਤੂੰ ਆਪਦੀ ਪਛਾਣ ਨੂੰ ਛੱਡ ਕੇ ਕਿਉਂ ਨਹੀਂ ਵੜਿਆ ਜੇ ਪਛਾਣ ਨੂੰ ਹੀ ਛੱਡਦਾ ਫਿਰ ਰਹਿ ਕੀ ਗਿਆ ਪੱਲੇ ਸਾਡੇ ਲੜਾਈ ਤਾਂ ਪਛਾਣ ਦੀ ਆ ਲੜਾਈ ਤਾਂ ਹੋਂਦ ਦੀ ਆ ਤੇ ਉਹ ਜਰਨੈਲ ਜਿੱਦਾਂ ਉੱਥੇ ਜਾ ਕੇ ਸ਼ਹੇਰ ਵਾਂਗੂ ਦਹਾੜਿਆ ਉਹ YouTube ਤੇ ਪਈ ਆ ਮਾਨ ਸਾਹਿਬ ਦੀ ਪਹਿਲੀ ਸਪੀਚ ਸੁਣਨੀ ਹੋਗਾ ਪਾਰਲੀਮੈਂਟ 'ਚ ਪਹਿਲੀ ਸਪੀਚ ਜੋ ਕੌਮ ਦਾ ਦਰਦ ਉੱਥੇ ਜਿੰਨਾ ਸ਼ਬਦਾਂ 'ਚ ਬਿਆਨ ਕੀਤਾ ਜੋ ਸਾਡੀ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਆ ਅੱਜ ਤੱਕ ਕੋਈ ਨਹੀਂ ਕਰ ਸਕਿਆ ਅਸੀਂ ਆਪਦੇ ਜਰਨੈਲ ਨੂੰ ਨਹੀਂ ਪਛਾਣਿਆ ਅਸੀਂ ਦੁਸ਼ਮਣ ਨੂੰ ਵੀ ਨਹੀਂ ਪਛਾਣਿਆ ਫਿਰ ਜਿਹੜੇ ਕਾਫੀ ਸਿਆਣੇ ਬੰਦੇ ਉਹ ਇਹ ਕਹਿੰਦੇ ਆ ਵੀ ਯਾਰ ਇੱਕ ਬੰਦਾ ਕੀ ਕਰ ਲੂ ਇੱਕ ਆਵਾਜ਼ ਤਾਂ ਗੂੰਜੇ ਫਿਰ ਕਿਲਾ ਵੀ ਸਰ ਕਰ ਲਾਂਗੇ ਇੱਕ ਤਾਂ ਗੂੰਜੇ ਅਸੀਂ ਤਾਂ ਇੱਕ ਨੂੰ ਵੀ ਨਿਰਾਸ਼ ਕੀਤਾ ਦਹਾਕਿਆਂ ਬੱਧੀ ਨਿਰਾਸ਼ ਕੀਤਾ ਪਰ ਉਹ ਸਾਡੇ ਤੋਂ ਨਿਰਾਸ਼ ਨਹੀਂ ਹੋਇਆ ਉਹ ਅੱਜ ਵੀ ਸਾਡੇ 'ਚ ਬੈਠਾ ਸੋ ਆਪਦੀਆਂ ਜ਼ਮੀਰਾਂ ਨੂੰ ਜਗਾਓ ਦਿਓ ਹਲੂਣਾ ਥੋੜਾ ਜਿਹਾ ਬੜੀਆਂ ਸ਼ਹਾਦਤਾਂ ਹਜ਼ਾਰਾਂ ਸਿਰ ਲੱਗੇ ਆ ਬਾਈ ਜੀ ਇਹ ਕੌਮ ਦੀ ਹੋਂਦ ਨੂੰ ਸਾਂਭਣ ਵਾਸਤੇ ਇਹਦੀ ਕੌਮੀਅਤ ਨੂੰ ਸਾਂਭਣ ਵਾਸਤੇ ਹਜ਼ਾਰਾਂ ਸਿਰ ਲੱਖਾਂ ਸਿਰ ਲੱਗੇ ਆ ਉਹ ਖੂਹ ਖਾਤੇ 'ਚ ਨਹੀਂ ਪੈਣੇ ਚਾਹੀਦੇ ਇੰਨੀਆਂ ਕੀ ਗੱਲਾਂ ਆਪਾਂ ਕਰਨੀਆਂ ਸੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ
ਜੋ ਹਿਜਾਬ ਨੂੰ ਬੈਨ ਨਹੀਂ ਕਰਦੇ ਉਹ ਚੁੰਨੀਆਂ ਤਾਂ ਹੀ ਆਉਣਗੇ, ਫਿਰ ਚੁੰਨੀਆਂ ਤੋਂ ਗਾਂਹ ਵੱਧ ਕੇ ਹੱਥ ਪੱਗਾਂ ਨੂੰ ਉਹ ਪਾਉਣਗੇ। ਉਹ ਚੰਗੇ ਨਹੀਂ ਹੋ ਸਕਦੇ ਜੋ ਹੋਂਦ ਸਾਡੀ ਨੂੰ ਮਾਰਦੇ। ਇਹ ਆਖਰੀ ਮੌਕਾ ਪੰਜਾਬੀ